ਉਸ ਦਿਨ ਠੰਡ ਪੈ ਰਹੀ ਸੀ। ਮੈਂ ਲਟਕਦੇ ਪੈਰਾਂ ਨਾਲ ਘਰ ਵੜੀ। ਮੈਂ ਡਾਕਟਰ ਦੇ ਕੋਲ ਜਾ ਕੇ ਆ ਰਹੀ ਸੀ। ਡਾਕਟਰ ਦੀ ਰਿਪੋਰਟ ਦੇਖ ਕੇ ਮੇਰੇ ਹੋਸ਼ ਉੱਡ ਗਏ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਬਸ ਦਿਲ ਕਰ ਰਿਹਾ ਸੀ ਕਿ ਚੀਕਾਂ ਮਾਰ-ਮਾਰ ਕੇ ਰੋਵਾਂ। ਮੇਰੀ ਹਾਲਤ ਦੇਖ ਕੇ ਮੇਰੀ ਮਾਮੀ ਨੇ ਝੱਟ ਮੇਰੇ ਕੋਲ ਆ ਕੇ ਘਬਰਾਹਟ ਨਾਲ ਪੁੱਛਿਆ, ਕੀ ਹੋਇਆ? ਸਭ ਠੀਕ ਤਾਂ ਹੈ? ਤੂੰ ਇੰਨੀ ਘਬਰਾਈ ਹੋਈ ਕਿਉਂ ਹੋ? ਤੇਰੇ ਚਿਹਰੇ ਦਾ ਰੰਗ ਪੀਲਾ ਕਿਉਂ ਪਿਆ? ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਮੈਂ ਮਾਮੀ ਦਾ ਹੱਥ ਫੜ ਲਿਆ ਤੇ ਆਪਣੇ ਕੋਲ ਬਿਠਾ ਲਿਆ ਤੇ ਮਾਮੀ ਦੇ ਮੋਢੇ ਤੇ ਸਿਰ ਰੱਖ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਮਾਮੀ ਬਹੁਤ ਜ਼ਿਆਦਾ ਡਰ ਗਈ ਸੀ। ਉਸਨੇ ਮੇਰੇ ਹੰਝੂ ਸਾਫ਼ ਕੀਤੇ ਤੇ ਕਿਹਾ, ਨਾ ਰੋ, ਕੁਝ ਤਾਂ ਦੱਸ, ਆਖਿਰ ਕੀ ਹੋਇਆ? ਮੈਂ ਡਾਕਟਰ ਵੱਲੋਂ ਦਿੱਤੀ ਹੋਈ ਰਿਪੋਰਟ ਮਾਮੀ ਦੇ ਸਾਹਮਣੇ ਰੱਖ ਦਿੱਤੀ। ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਮੈਂ ਪ੍ਰੈਗਨੈਂਟ ਹਾਂ। ਰਿਪੋਰਟ ਛੁੱਟ ਕੇ ਮੇਰੇ ਮਾਮੀ ਦੇ ਹੱਥੋਂ ਹੇਠਾਂ ਡਿੱਗ ਗਈ। ਇਹ ਵਿਆਹੀ ਹੋਈ ਔਰਤ ਦੇ ਲਈ ਜਿੰਨੀ ਖੁਸ਼ੀ ਦੀ ਗੱਲ ਹੁੰਦੀ ਹੈ, ਕੁਆਰੀ ਲੜਕੀ ਦੇ ਲਈ ਓਨੀ ਹੀ ਸ਼ਰਮਨਾਕ। ਦਿਲ ਕਰਦਾ ਸੀ ਕਿ ਕਿਤੇ ਕੋਈ ਖੂਹ ਖਾਤਾ ਲੱਭੇ ਤੇ ਮੈਂ ਉਸ ਵਿੱਚ ਛਾਲ ਮਾਰ ਦੇਵਾਂ। ਮੇਰੀ ਮਾਮੀ ਨੇ ਮੈਨੂੰ ਝੰਜੋੜਦੇ ਹੋਏ ਪੁੱਛਿਆ ਕਿ ਇਹ ਸਭ ਕਿਵੇਂ ਹੋਇਆ। ਮੈਂ ਉੱਚੀ-ਉੱਚੀ ਰੋ ਰਹੀ ਸੀ ਤੇ ਮਾਮੀ ਆਪਣਾ ਸਿਰ ਫੜ ਕੇ ਬੈਠ ਗਈ। ਮੈਂ ਮਾਮੀ ਨੂੰ ਰੋਂਦੇ ਹੋਏ ਦੱਸਿਆ ਕਿ ਉਸ ਦਿਨ ਮੈਂ ਨਿਸ਼ਾ ਦੇ ਘਰੋਂ ਵਾਪਸ ਆ ਰਹੀ ਸੀ। ਰਾਤ ਤਾਂ ਇੰਨੀ ਨਹੀਂ ਸੀ, ਪਰ ਗਲੀ ਵਿੱਚ ਹਨੇਰਾ ਸੀ। ਇਸ ਕਰਕੇ ਮੈਂ ਪਹਿਲਾਂ ਹੀ ਆਪਣੀ ਗਲੀ ਦੇ ਵਿੱਚ ਮੁੜਦੀ ਕਿ ਕਿਸੇ ਨੇ ਮੇਰਾ ਮੂੰਹ ਬੰਦ ਕਰ ਲਿਆ ਤੇ ਮੈਨੂੰ ਇੱਕ ਖਾਲੀ ਪਲਾਟ ਵਿੱਚ ਲੈ ਗਿਆ। ਉਸ ਆਦਮੀ ਨੇ ਮੇਰੇ ਨਾਲ ਉਹ ਸਭ ਕੁਝ ਕਰ ਦਿੱਤਾ। ਮੈਂ ਬਦਨਾਮੀ ਦੇ ਡਰ ਦੇ ਮਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਕਈ ਦਿਨਾਂ ਤੋਂ ਮੇਰੀ ਤਬੀਅਤ ਖਰਾਬ ਰਹਿਣ ਲੱਗੀ। ਡਾਕਟਰ ਕੋਲ ਗਈ ਤਾਂ ਡਾਕਟਰ ਨੇ ਇਹ ਰਿਪੋਰਟ ਮੇਰੇ ਹੱਥ ਤੇ ਧਰ ਦਿੱਤੀ। ਇੱਕ ਵਾਰ ਮੈਂ ਫਿਰ ਤੋਂ ਜ਼ੋਰ ਨਾਲ ਰੋਣ ਲੱਗੀ। ਮਾਮੀ ਮੇਰੀ ਗੱਲ ਗੁੰਮ-ਸੁੰਮ ਹੋ ਕੇ ਬੈਠੀ ਸੁਣ ਰਹੀ ਸੀ। ਮੇਰੀ ਗੱਲ ਸੁਣ ਕੇ ਉਹ ਵੀ ਰੋਣ ਲੱਗ ਗਈ। ਉਸਨੇ ਮੈਨੂੰ ਗਲੇ ਨਾਲ ਲਾ ਲਿਆ ਤੇ ਕਿਹਾ, ਸਬਰ ਨਾਲ ਕੰਮ ਲੈ ਮੇਰੀ ਬੱਚੀ। ਜਿਸ ਨੇ ਤੇਰੇ ਨਾਲ ਇਹ ਜ਼ੁਲਮ ਕੀਤਾ ਹੈ, ਰੱਬ ਉਸ ਨੂੰ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਉਸ ਰਾਤ ਮੈਂ ਅਤੇ ਮਾਮੀ ਪੂਰੀ ਰਾਤ ਜਾਗਦੇ ਰਹੇ। ਮਾਮੀ ਮੈਨੂੰ ਬਾਰ-ਬਾਰ ਚੁੱਪ ਕਰਾਉਂਦੀ ਰਹੀ। ਇੱਥੇ ਮੇਰੀ ਸਕੀ ਮਾਂ ਹੁੰਦੀ ਤਾਂ ਸ਼ਾਇਦ ਉਹ ਮੈਨੂੰ ਹੀ ਮੁਜਰਮ ਬਣਾ ਦਿੰਦੀ ਕਿ ਤੇਰਾ ਇਸ਼ਾਰਾ ਸਮਝ ਕੇ ਹੀ ਜ਼ਰੂਰ ਲੜਕੇ ਨੇ ਤੇਰੇ ਨਾਲ ਇਹ ਸਭ ਕੁਝ ਕੀਤਾ ਹੋਵੇਗਾ। ਪਰ ਮੇਰੀ ਮਾਮੀ ਬੜੀ ਚੰਗੀ ਸੀ। ਮੇਰੀ ਮਾਂ ਤਾਂ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਚਲੀ ਗਈ ਸੀ ਅਤੇ ਬਾਪ ਨੇ ਆਪਣੀ ਅਲੱਗ ਦੁਨੀਆ ਵਸਾ ਲਈ ਸੀ। ਮੇਰੀ ਮਾਮੀ ਨੇ ਹੀ ਮੈਨੂੰ ਆਪਣੀ ਔਲਾਦ ਦੀ ਤਰ੍ਹਾਂ ਪਾਲ ਪੋਸ ਕੇ ਵੱਡਾ ਕੀਤਾ ਸੀ। ਮੇਰੀ ਮਾਮੀ ਮੇਰੀ ਇਸ ਹਾਲਤ ਦੇ ਪਿੱਛੇ ਆਪਣੇ ਆਪ ਨੂੰ ਕਸੂਰਵਾਰ ਠਹਿਰਾ ਰਹੀ ਸੀ। ਰੋ-ਰੋ ਕੇ ਕਹਿ ਰਹੀ ਸੀ ਕਿ ਪ੍ਰੀਤੀ, ਜੇ ਉਸ ਦਿਨ ਮੈਂ ਤੈਨੂੰ ਨਿਸ਼ਾ ਦੇ ਘਰ ਨਾਲ ਨਾ ਭੇਜਦੀ ਤਾਂ ਤੇਰੇ ਨਾਲ ਇਹ ਸਭ ਕੁਝ ਨਾ ਹੁੰਦਾ। ਦਰਅਸਲ ਉਸ ਦਿਨ ਮੇਰੀ ਮਾਮੀ ਦੇ ਬੇਟੇ ਦੀ ਮੰਗਣੀ ਸੀ ਤੇ ਮੇਰੀ ਸਹੇਲੀ ਨਿਸ਼ਾ ਮੰਗਣੀ ਤੇ ਆਈ ਹੋਈ ਸੀ। ਘਰ ਜਾਣ ਲਈ ਤਿਆਰ ਹੋਈ ਤਾਂ ਉਹ ਇਕੱਲੇ ਜਾਣ ਲਈ ਡਰ ਰਹੀ ਸੀ। ਮੈਂ ਬਹਾਦਰੀ ਦਿਖਾਉਂਦੇ ਹੋਏ ਕਿਹਾ ਕਿ ਮੈਂ ਛੱਡ ਆਉਂਦੀ ਹਾਂ। ਮੰਮੀ ਨੇ ਮੈਨੂੰ ਮਨਾ ਵੀ ਨਹੀਂ ਕੀਤਾ ਅਤੇ ਆਰਾਮ ਨਾਲ ਮੈਨੂੰ ਨਿਸ਼ਾ ਦੇ ਨਾਲ ਤੋਰ ਦਿੱਤਾ। ਮੈਂ ਰਾਤ ਦੇ ਹਨੇਰੇ ਵਿੱਚ ਹੀ ਨਿਸ਼ਾ ਨੂੰ ਉਸਦੇ ਘਰ ਛੱਡਣ ਚਲੀ ਗਈ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਇੰਨਾ ਵੱਡਾ ਕਾਂਡ ਹੋ ਜਾਵੇਗਾ। ਇਸ ਲਈ ਮੇਰੀ ਮੰਮੀ ਖੁਦ ਨੂੰ ਕਸੂਰਵਾਰ ਠਹਿਰਾ ਰਹੀ ਸੀ। ਉਸ ਰਾਤ ਜਦੋਂ ਉਸ ਆਦਮੀ ਨੇ ਮੈਨੂੰ ਆਪਣੀ ਹਵਸ਼ ਦਾ ਨਿਸ਼ਾਨਾ ਬਣਾਇਆ ਤਾਂ ਮੈਂ 4 ਵਜੇ ਤੱਕ ਸੜਕ ਤੇ ਹੀ ਪਈ ਰਹੀ ਸੀ। ਇੱਕ ਔਰਤ ਨੇ ਮੈਨੂੰ ਆ ਕੇ ਮੇਰੇ ਮੋਢੇ ਤੋਂ ਹਿਲਾਇਆ ਅਤੇ ਕਿਹਾ, ਬੇਟੀ ਤੂੰ ਇੱਥੇ ਇਕੱਲੀ ਕੀ ਕਰ ਰਹੀ ਹੋ? ਆਪਣੇ ਘਰ ਜਾ, ਹਨੇਰਾ ਹੈ। ਮੈਂ ਉਸ ਔਰਤ ਨੂੰ ਪਹਿਚਾਣ ਨਾ ਸਕੀ। ਮੈਂ ਉਸ ਔਰਤ ਨੂੰ ਕਿਹਾ ਕਿ ਮੈਂ ਘਰ ਦਾ ਰਸਤਾ ਭੁੱਲ ਗਈ ਹਾਂ। ਉਸ ਔਰਤ ਨੇ ਕਿਹਾ ਕਿ ਚੱਲ ਮੈਂ ਤੈਨੂੰ ਆਪਣੀ ਗੱਡੀ ਵਿੱਚ ਛੱਡ ਦਿੰਦੀ ਹਾਂ। ਉਸ ਔਰਤ ਨੇ ਮੈਨੂੰ ਆਪਣੀ ਗੱਡੀ ਵਿੱਚ ਬਿਠਾਇਆ। ਨਾਲ ਉਸ ਦਾ ਪਤੀ ਗੱਡੀ ਚਲਾ ਰਿਹਾ ਸੀ। ਦੋਨੋਂ ਪਤੀ ਪਤਨੀ ਮੈਨੂੰ ਮੇਰੇ ਗੇਟ ਤੱਕ ਛੱਡ ਕੇ ਚਲੇ ਗਏ। ਫੰਕਸ਼ਨ ਦੀ ਵਜ੍ਹਾ ਨਾਲ ਸਾਰੇ ਘਰ ਦੇ ਸੁੱਤੇ ਪਏ ਸੀ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ। ਬਦਨਾਮੀ ਦੇ ਡਰ ਤੋਂ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ। ਸਾਡੇ ਮੁਹੱਲੇ ਵਿੱਚ ਇੱਕ ਵਾਰ ਇਸ ਤਰ੍ਹਾਂ ਇੱਕ ਲੜਕੀ ਦੇ ਨਾਲ ਅਜਿਹਾ ਹੋਇਆ ਸੀ। ਉਸ ਲੜਕੀ ਨੇ ਚੀਖ-ਚੀਖ ਕੇ ਸਾਰੇ ਮੁਹੱਲੇ ਨੂੰ ਇਕੱਠਾ ਕਰ ਲਿਆ ਸੀ। ਉਹ ਲੜਕਾ ਤਾਂ ਭੱਜ ਗਿਆ ਸੀ, ਪਰ ਸਾਰੇ ਮੁਹੱਲੇ ਨੇ ਉਸ ਲੜਕੀ ਨੂੰ ਅਤੇ ਉਸ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੜਾ ਹੀ ਮਾੜਾ ਚੰਗਾ ਬੋਲਿਆ ਸੀ। ਸਾਡੇ ਸਮਾਜ ਦੀ ਪਰੰਪਰਾ ਹੈ ਕਿ ਜੋ ਮੁਜਰਮ ਹੁੰਦਾ ਹੈ ਉਹ ਬਚ ਜਾਂਦਾ ਹੈ।
ਕਈ ਮਾਸੂਮ ਲੜਕੀਆਂ ਕੁਝ ਤਾਂ ਨਾ ਕਰਦੇ ਹੋਏ ਵੀ ਬਦਨਾਮ ਹੋ ਜਾਂਦੀਆਂ ਹਨ। ਉਸ ਲੜਕੀ ਦਾ ਪਰਿਵਾਰ ਵੀ ਬਦਨਾਮ ਹੋ ਗਿਆ ਸੀ ਤੇ ਪੂਰੇ ਮੁਹੱਲੇ ਨੇ ਉਹਨਾਂ ਨਾਲੋਂ ਰਿਸ਼ਤੇ ਨਾਤੇ ਖਤਮ ਕਰ ਲਏ ਸੀ। ਇੱਕ ਦਿਨ ਤੰਗ ਆ ਕੇ ਉਹ ਪੂਰਾ ਪਰਿਵਾਰ ਮੁਹੱਲਾ ਛੱਡ ਕੇ ਕਿਧਰੇ ਚਲਾ ਗਿਆ। ਉਸ ਗੱਲ ਨੂੰ ਯਾਦ ਕਰਦੇ ਹੋਏ ਮੈਂ ਆਪਣੀ ਗੱਲ ਨੂੰ ਕਿਸੇ ਨੂੰ ਨਾ ਦੱਸਿਆ ਅਤੇ ਅੰਦਰ ਹੀ ਅੰਦਰ ਦੁੱਖਾਂ ਦੇ ਘੁੱਟ ਭਰ ਰਹੀ ਸੀ। ਮਾਮੀ ਨੂੰ ਵੀ ਨਹੀਂ ਦੱਸਿਆ ਸੀ। ਮਾਮੀ ਵਿਆਹ ਦੀਆਂ ਤਿਆਰੀਆਂ ਵਿੱਚ ਬਿਜੀ ਸੀ ਤੇ ਮੈਂ ਆਪਣੀ ਗੱਲ ਦੱਸ ਕੇ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਪਰ ਫਿਰ ਮੈਂ ਚੁੱਪਚਾਪ ਰਹਿਣ ਲੱਗੀ। ਮਾਮੀ ਨੇ ਵੀ ਧਿਆਨ ਨਹੀਂ ਦਿੱਤਾ ਕਿਉਂਕਿ ਮੰਗਣੀ ਦੇ 1 ਹਫ਼ਤੇ ਬਾਅਦ ਹੀ ਸਾਡੇ ਘਰੇ ਵਿਆਹ ਸੀ। ਵਿਆਹ ਵੀ ਹੋ ਗਿਆ। ਮੇਰੀ ਪੂਰੀ ਜ਼ਿੰਦਗੀ ਸ਼ਾਇਦ ਇਸ ਉਦਾਸੀ ਵਿੱਚ ਗੁਜ਼ਰ ਜਾਂਦੀ ਜੇ ਮੇਰੀ ਤਬੀਅਤ ਖਰਾਬ ਨਾ ਰਹਿਣ ਲੱਗਦੀ। ਅੱਜ ਕਈ ਦਿਨਾਂ ਬਾਅਦ ਹੀ ਮੇਰਾ ਸਰੀਰ ਥੱਕਿਆ ਥੱਕਿਆ ਰਹਿਣ ਲੱਗਿਆ ਤੇ ਮੇਰਾ ਕੁਝ ਖਾਣ ਨੂੰ ਵੀ ਮਨ ਨਹੀਂ ਕਰਦਾ ਸੀ। ਕਮਜ਼ੋਰੀ ਵੀ ਬਹੁਤ ਮਹਿਸੂਸ ਹੁੰਦੀ ਸੀ। ਫਿਰ ਮਾਮੀ ਨੇ ਕਿਹਾ ਕਿ ਡਾਕਟਰ ਕੋਲ ਜਾ ਕੇ ਚੈੱਕ ਕਰਾ, ਕਿਤੇ ਕੋਈ ਅੰਦਰੂਨੀ ਬੁਖਾਰ ਨਾ ਹੋਵੇ। ਪਰ ਮੈਂ ਗੱਲ ਟਾਲਦੀ ਰਹਿੰਦੀ। ਇੱਕ ਦਿਨ ਮਾਮੀ ਨੇ ਕਿਹਾ, ਚੱਲ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਚੱਲਦੀ ਹਾਂ। ਪਰ ਮੈਂ ਮਨਾ ਕਰ ਦਿੱਤਾ ਤੇ ਕਿਹਾ ਮੈਂ ਖੁਦ ਹੀ ਡਾਕਟਰ ਨੂੰ ਦਿਖਾ ਦੇਵਾਂਗੀ। ਪਤਾ ਨਹੀਂ ਕਿਉਂ ਅੰਦਰੋਂ ਮੇਰਾ ਦਿਲ ਘਬਰਾ ਰਿਹਾ ਸੀ। ਮੈਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਣ ਲੱਗਿਆ। ਮੇਰੇ ਭਰਾ ਤੇ ਭਰਜਾਈ ਹਨੀਮੂਨ ਤੇ ਗਏ ਹੋਏ ਸੀ। ਜਦੋਂ ਮੈਂ ਡਾਕਟਰ ਨੂੰ ਚੈੱਕ ਕਰਾਇਆ ਅਤੇ ਡਾਕਟਰ ਨੇ ਰਿਪੋਰਟ ਦਿੱਤੀ ਸੀ, ਮੈਂ ਅਤੇ ਮਾਮੀ ਘਰ ਵਿੱਚ ਇਕੱਲੀਆਂ ਸੀ। ਮੈਂ ਮਾਮੀ ਦੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰ ਪਾ ਰਹੀ ਸੀ। ਮੈਨੂੰ ਡਰ ਸੀ ਕਿ ਉਹ ਕਿਹੜਾ ਮੇਰੀ ਸਕੀ ਮਾਂ। ਮੈਂ ਦੱਸ ਦਿੰਦੀ ਤਾਂ ਉਹ ਮੈਨੂੰ ਹੀ ਕਸੂਰਵਾਰ ਠਹਿਰਾਏਗੀ। ਲੇਕਿਨ ਮੇਰੀ ਮਾਮੀ ਨੇ ਤਾਂ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ ਸੀ। ਉਲਟਾ ਉਸਨੇ ਤਾਂ ਮੇਰੀ ਹਿੰਮਤ ਬਣਾਈ ਸੀ। ਮੈਨੂੰ ਖੁਦ ਤੇ ਸ਼ਰਮ ਆਉਣ ਲੱਗੀ। ਕਦੇ ਆਪਣੀ ਮਾਮੀ ਨੂੰ ਉਹ ਦਰਜਾ ਹੀ ਨਾ ਦੇ ਸਕੀ ਜੋ ਇੱਕ ਮਾਂ ਦਾ ਹੁੰਦਾ ਹੈ। ਮੇਰੀ ਮਾਮੀ ਦੇ ਇੱਕ ਹੀ ਬੇਟਾ ਸੀ। ਉਸ ਬੇਟੇ ਤੋਂ ਬਾਅਦ ਉਹ ਕਦੇ ਦੁਬਾਰਾ ਮਾਂ ਨਹੀਂ ਬਣੀ। ਹਾਲਾਂਕਿ ਮੇਰੀ ਮਾਮੀ ਨੇ ਬਚਪਨ ਵਿੱਚ ਮੈਨੂੰ ਮਾਂ ਤੋਂ ਵੱਧ ਕੇ ਚਾਹਿਆ ਸੀ। ਉਸਨੇ ਆਪਣੀ ਬੇਟੀ ਦੀ ਕਮੀ ਮੇਰੇ ਤੋਂ ਹੀ ਪੂਰੀ ਕਰ ਲਈ ਸੀ। ਮਾਮੀ ਦੇ ਲੱਖ ਕਹਿਣ ਤੇ ਹੀ ਮੈਂ ਮਾਮੀ ਨੂੰ ਮਾਂ ਨਹੀਂ ਕਿਹਾ, ਬਲਕਿ ਮਾਮੀ ਕਹਿ ਕੇ ਹੀ ਬੁਲਾਉਂਦੀ ਸੀ, ਕਿਉਂਕਿ ਮੇਰੇ ਦਿਲ ਵਿੱਚ ਇਹ ਅਹਿਸਾਸ ਕਿਤੇ ਬੈਠਾ ਹੋਇਆ ਸੀ ਕਿ ਮੇਰੀ ਮਾਂ ਨਹੀਂ, ਮਾਮੀ ਹੈ। ਅੱਜ ਮਾਮੀ ਦੀ ਤੜਫ ਮੈਂ ਆਪਣੇ ਪ੍ਰਤੀ ਦੇਖੀ ਤਾਂ ਦਿਲ ਭਰ ਆਇਆ। 2-3 ਦਿਨ ਇਸ ਤਰ੍ਹਾਂ ਹੀ ਲੰਘ ਗਏ। ਮਾਮਾ ਵੀ ਘਰ ਆ ਗਿਆ, ਪਰ ਉਸਨੇ ਮਾਮੇ ਨੂੰ ਕੁਝ ਨਾ ਦੱਸਿਆ। ਇੱਕ ਦਿਨ ਮਾਮੀ ਨੇ ਮੈਨੂੰ ਕਿਹਾ, ਚੱਲ ਪ੍ਰੀਤੀ, ਹਸਪਤਾਲ ਚੱਲਦੇ ਆਂ। ਮੈਂ ਮਾਮੀ ਦੇ ਇਰਾਦੇ ਦੇਖ ਲਏ ਸੀ। ਮੈਂ ਫੌਰਨ ਮਨਾ ਕਰ ਦਿੱਤਾ। ਮੈਂ ਕਿਹਾ, ਨਹੀਂ ਮਾਮੀ, ਮੈਂ ਇਸ ਗੁਨਾਹ ਨਹੀਂ ਕਰਾਂਗੀ। ਭਾਵੇਂ ਉਸ ਆਦਮੀ ਨੇ ਮੇਰੇ ਨਾਲ ਗੁਨਾਹ ਕੀਤਾ, ਇਸ ਵਿੱਚ ਉਸ ਬੱਚੇ ਦਾ ਕੀ ਕਸੂਰ ਆ? ਮੈਂ ਉਸ ਨੂੰ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਨਹੀਂ ਮਾਰ ਸਕਦੀ। ਇਸ ਬੱਚੇ ਨੂੰ ਵੀ ਇਸ ਦੁਨੀਆ ਵਿੱਚ ਆਉਣ ਦਾ ਪੂਰਾ ਹੱਕ ਆ। ਇਹ ਮਾਇਨੇ ਨਹੀਂ ਰੱਖਦਾ ਕਿ ਉਸ ਨੂੰ ਕਿਸ ਤਰ੍ਹਾਂ ਲਿਆਂਦਾ ਗਿਆ। ਹੁਣ ਉਹ ਬੱਚਾ ਮੇਰੇ ਸਰੀਰ ਦਾ ਇੱਕ ਹਿੱਸਾ ਬਣ ਗਿਆ। ਮੇਰੀ ਗੱਲ ਸੁਣ ਕੇ ਮਾਮੀ ਨੇ ਆਪਣਾ ਸਿਰ ਫੜ ਲਿਆ। ਮਾਮੀ ਨੇ ਕਿਹਾ, ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਆਂ? ਤੇਰਾ ਬੱਚਾ ਇੱਕ ਨਜਾਇਜ਼ ਬੱਚਾ ਹੈ। ਤੇਰੇ ਤੋਂ ਦੁਨੀਆ ਵਾਲੇ ਉਸਦੇ ਬਾਪ ਦਾ ਨਾਮ ਪੁੱਛਣਗੇ ਤਾਂ ਤੂੰ ਕੀ ਦੱਸੇਂਗੀ? ਤੇਰਾ ਬੱਚਾ ਜਦੋਂ ਵੱਡਾ ਹੋਵੇਗਾ ਤਾਂ ਲੋਕ ਉਸ 'ਤੇ ਉਂਗਲੀਆਂ ਚੁੱਕਣਗੇ। ਤੇਰਾ ਬੱਚਾ ਵੱਡਾ ਹੋ ਕੇ ਤੇਰੇ ਕਰੈਕਟਰ 'ਤੇ ਹੀ ਉਂਗਲੀਆਂ ਚੱਕੇਗਾ। ਮੈਂ ਮਾਮੀ ਨੂੰ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ, ਪਰ ਮੈਂ ਇਸ ਮਾਸੂਮ ਨੂੰ ਦੁਨੀਆ ਵਿੱਚ ਆਉਣ ਤੋਂ ਨਹੀਂ ਰੋਕ ਸਕਦੀ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਭੱਜ ਗਈ। ਮਾਮੀ ਮੈਨੂੰ ਬੇਵਸੀ ਨਾਲ ਆਵਾਜ਼ ਦਿੰਦੀ ਰਹੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਕੁੰਡੀ ਲਗਾ ਲਈ ਤੇ ਰੋਂਦੇ ਰੋਂਦੇ ਮੈਨੂੰ ਪਤਾ ਲੱਗਿਆ ਕਿ ਕਦੋਂ ਨੀਂਦ ਆ ਗਈ। ਮਾਮੀ ਦੀ ਆਵਾਜ਼ ਤੇ ਮੇਰੀ ਅੱਖ ਖੁੱਲੀ ਤਾਂ ਮਾਮੀ ਮੈਨੂੰ ਕਹਿ ਰਹੀ ਸੀ, ਪ੍ਰੀਤੀ ਜਲਦੀ ਨਾਲ ਉੱਠ ਜਾ, ਤੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਮੈਂ ਜਲਦੀ ਨਾਲ ਉੱਠ ਬੈਠੀ। ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਕਿਹੜੀ ਖੁਸ਼ਖਬਰੀ ਆ ਗਈ ਸੀ। ਮਾਮੀ ਨੇ ਕਿਹਾ, ਪ੍ਰੀਤੀ, ਤੇਰੇ ਲਈ ਬਹੁਤ ਚੰਗਾ ਰਿਸ਼ਤਾ ਆਇਆ ਅਤੇ ਇਹ ਰਿਸ਼ਤਾ ਮੈਨੂੰ ਲੱਗਦਾ ਰੱਬ ਦੇ ਵੱਲੋਂ ਭੇਜਿਆ ਗਿਆ ਹੈ, ਕਿਉਂਕਿ ਤੂੰ ਅਬੋਰਸ਼ਨ ਨਹੀਂ ਕਰਵਾਉਣਾ ਚਾਹੁੰਦੀ ਤੇ ਦੂਜਾ ਰਸਤਾ ਇਸ ਦੇ ਨਾਲ ਨਜਿੱਠਣ ਦਾ ਇਹੀ ਆ ਕਿ ਤੂੰ ਵਿਆਹ ਕਰ ਲੈ। ਦੇਖ, ਰੱਬ ਨੇ ਅਜਿਹੇ ਮੌਕੇ ਤੇ ਤੇਰੇ ਲਈ ਰਿਸ਼ਤਾ ਵੀ ਦੇ ਦਿੱਤਾ। ਰਿਸ਼ਤਾ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਮੇਰੀ ਸਹੇਲੀ ਆਪਣੇ ਬੇਟੇ ਲਈ ਰਿਸ਼ਤਾ ਲੈ ਕੇ ਆਈ ਆ। ਮੇਰੀ ਸਹੇਲੀ ਬੜੀ ਚੰਗੀ ਆ, ਉਹ ਤੈਨੂੰ ਬੜਾ ਖੁਸ਼ ਰੱਖੇਗੀ। ਲੜਕਾ ਵਿਦੇਸ਼ ਵਿੱਚ ਰਹਿੰਦਾ ਤੇ ਚੰਗੇ ਪੈਸੇ ਕਮਾਉਂਦਾ। ਘਰ ਵਿੱਚ ਬੁੱਢੇ ਮਾਂ-ਬਾਪ ਆ। ਉਹਨਾਂ ਨੇ ਤੈਨੂੰ ਕਿਸੇ ਵਿਆਹ ਵਿੱਚ ਦੇਖਿਆ ਸੀ ਅਤੇ ਤੈਨੂੰ ਆਪਣੇ ਬੇਟੇ ਲਈ ਪਸੰਦ ਕਰ ਬੈਠੇ। ਮੈਂ ਹੈਰਾਨੀ ਨਾਲ ਆਪਣੀ ਮਾਮੀ ਵੱਲ ਦੇਖ ਰਹੀ ਸੀ।
ਮੈਂ ਮਾਮੀ ਨੂੰ ਕਿਹਾ ਕਿ ਮਾਮੀ ਇਹ ਤਾਂ ਗਲਤ ਹੋਵੇਗਾ, ਉਹਨਾਂ ਲੋਕਾਂ ਨੂੰ ਆਪਾਂ ਧੋਖੇ ਵਿੱਚ ਰੱਖ ਕੇ ਇਹ ਵਿਆਹ ਨਹੀਂ ਕਰ ਸਕਦੇ। ਮੇਰੀ ਮਾਮੀ ਗੱਲ ਸੁਣ ਕੇ ਮੇਰੇ ਸਿਰ ਤੇ ਇੱਕ ਹੋਰ ਧਮਾਕਾ ਕਰ ਦਿੱਤਾ। ਮੈਂ ਸ਼ਾਂਤਾ ਨੂੰ ਦੱਸ ਚੁੱਕੀ ਹਾਂ ਕਿ ਤੂੰ ਪ੍ਰੈਗਨੈਂਟ ਹੋ ਅਤੇ ਇਹ ਸਭ ਤੇਰੇ ਨਾਲ ਕਿਸੇ ਨੇ ਜ਼ਬਰਦਸਤੀ ਕੀਤਾ ਹੈ। ਸ਼ਾਂਤਾ ਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ। ਉਹ ਮੇਰੀ ਖਾਤਰ ਅਤੇ ਮੇਰੀ ਇੱਜ਼ਤ ਬਚਾਉਣ ਦੀ ਖਾਤਰ ਆਪਣੇ ਬੇਟੇ ਨਾਲ ਤੇਰਾ ਵਿਆਹ ਕਰਨ ਨੂੰ ਤਿਆਰ ਹੈ। ਮੈਂ ਹੈਰਾਨੀ ਨਾਲ ਆਪਣੀ ਮਾਮੀ ਦੀਆਂ ਗੱਲਾਂ ਸੁਣ ਰਹੀ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਇੰਨਾ ਭਲਾ ਕੋਈ ਕਿਵੇਂ ਹੋ ਸਕਦਾ। ਮੈਂ ਆਪਣੀ ਮਾਮੀ ਨੂੰ ਕਿਹਾ ਕਿ ਮੈਂ ਆਪਣੀ ਤਸੱਲੀ ਦੇ ਲਈ ਤੁਹਾਡੀ ਸਹੇਲੀ ਨੂੰ ਮਿਲਣਾ ਚਾਹੁੰਦੀ ਹਾਂ ਅਤੇ ਉਸ ਨੂੰ ਮੈਂ ਆਪਣੇ ਮੂੰਹੋਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਪ੍ਰੈਗਨੈਂਟ ਹਾਂ। ਮਾਮੀ ਨੇ ਮੇਰੇ ਵੱਲ ਦੁੱਖ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ, ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ? ਮੈਂ ਕਿਹਾ, ਨਹੀਂ ਮਾਮੀ, ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ, ਪਰ ਮੈਂ ਇੱਕ ਵਾਰ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ। ਮਾਮੀ ਦੇ ਕਹਿਣ ਤੇ ਇੱਕ ਵਾਰ ਉਹ ਆਂਟੀ ਸਾਡੇ ਘਰੇ ਫੇਰ ਆ ਗਈ। ਆਉਂਦੇ ਹੀ ਉਸਨੇ ਮੈਨੂੰ ਢੇਰ ਸਾਰਾ ਪਿਆਰ ਕੀਤਾ ਤੇ ਸ਼ਗਨ ਦੀ ਅੰਗੂਠੀ ਮੇਰੇ ਉਂਗਲੀ ਵਿੱਚ ਪਾ ਦਿੱਤੀ। ਜਦੋਂ ਮੈਂ ਆਪਣੇ ਬਾਰੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਮੁਸਕਰਾ ਕੇ ਮੈਨੂੰ ਸੀਨੇ ਨਾਲ ਲਾ ਲਿਆ ਤੇ ਕਿਹਾ, ਮੈਨੂੰ ਸਭ ਪਤਾ, ਮੈਂ ਤੈਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੀ ਹਾਂ, ਬਸ ਤੂੰ ਇਹ ਗੱਲ ਮੇਰੇ ਬੇਟੇ ਨੂੰ ਨਾ ਦੱਸੀ। ਖੈਰ ਮੈਂ ਵਿਆਹ ਕਰਨ ਲਈ ਰਾਜੀ ਹੋ ਗਈ ਤੇ ਅਗਲੇ ਹਫ਼ਤੇ ਹੀ ਮੇਰਾ ਵਿਆਹ ਵੀ ਹੋ ਗਿਆ। ਇੰਨੇ ਘੱਟ ਦਿਨਾਂ ਵਿੱਚ ਮਾਮੀ ਨੇ ਸਾਰਾ ਇੰਤਜ਼ਾਮ ਕਰ ਲਿਆ। ਨਾ ਜਾਣੇ ਕਿੰਨਾ ਦਹੇਜ ਉਹ ਮੇਰੇ ਬਚਪਨ ਤੋਂ ਮੇਰੇ ਲਈ ਜੋੜ ਕੇ ਰੱਖ ਰਹੀ ਸੀ। ਵਿਆਹ ਦੇ ਵਿੱਚ ਬਹੁਤ ਘੱਟ ਲੋਕ ਆਏ ਸੀ ਕਿਉਂਕਿ ਮੇਰੇ ਮਾਮੀ ਦੇ ਬੇਟੇ ਦੇ ਵੀ ਹੁਣੇ ਹੀ ਵਿਆਹ ਹੋ ਕੇ ਹਟਿਆ ਸੀ। ਵਿਆਹ ਕਰਕੇ ਮੈਂ ਆਪਣੇ ਸਹੁਰੇ ਘਰ ਆ ਗਈ। ਮੇਰੀ ਸੱਸ ਬੜੀ ਚੰਗੀ ਸੀ। ਮੇਰੇ ਘਰ ਵਿੱਚ ਕਦਮ ਰੱਖਦੇ ਹੀ ਮੇਰੇ ਉੱਤੋਂ ਪੈਸੇ ਵਾਰ ਕੇ ਗਰੀਬਾਂ ਨੂੰ ਵੰਡ ਦਿੱਤੇ ਅਤੇ ਖੁਸ਼ੀ-ਖੁਸ਼ੀ ਮੈਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਮਿਲਵਾਇਆ। ਇੰਨੀ ਚੰਗੀ ਸੱਸ ਦੇਖ ਕੇ ਮੈਨੂੰ ਆਪਣੀ ਕਿਸਮਤ ਤੇ ਗਰਵ ਹੁੰਦਾ ਸੀ, ਪਰ ਮੈਂ ਆਪਣੇ ਪਤੀ ਨਾਲ ਹਾਲੇ ਤੱਕ ਨਹੀਂ ਮਿਲੀ ਸੀ। ਰਾਤ ਹੁੰਦੇ ਹੀ ਮੈਨੂੰ ਅਜੀਤ ਦੇ ਕਮਰੇ ਵਿੱਚ ਪਹੁੰਚਾ ਦਿੱਤਾ ਗਿਆ। ਅਜੀਤ ਜਦੋਂ ਕਮਰੇ ਵਿੱਚ ਆਇਆ ਤਾਂ ਉਹਨਾਂ ਦਾ ਰਵੱਈਆ ਮੇਰੇ ਪ੍ਰਤੀ ਕੁਝ ਚੰਗਾ ਨਹੀਂ ਸੀ। ਉਸਨੇ ਮੈਨੂੰ ਕਮਰੇ ਵਿੱਚ ਆਉਂਦੇ ਹੀ ਕਿਹਾ ਕਿ ਮੈਨੂੰ 4-5 ਦਿਨਾਂ ਤੱਕ ਅਮਰੀਕਾ ਵਾਪਸ ਜਾਣਾ ਪਵੇਗਾ, ਪਰ ਥੋੜੇ ਹੀ ਦਿਨਾਂ ਤੱਕ ਮੈਂ ਤੈਨੂੰ ਉੱਥੇ ਬੁਲਾ ਲਵਾਂਗਾ। ਅਜੀਤ ਦੀ ਗੱਲ ਸੁਣ ਕੇ ਮੈਨੂੰ ਕੋਈ ਤਕਲੀਫ ਨਹੀਂ ਸੀ ਕਿਉਂਕਿ ਅਜੀਤ ਤੋਂ ਦੂਰ ਰਹਿ ਕੇ ਹੀ ਮੈਂ ਆਪਣੇ ਝੂਠ ਨੂੰ ਸੰਭਾਲ ਸਕਦੀ ਸੀ। ਮੇਰੀ ਮਾਮੀ ਨੇ ਮੈਨੂੰ ਬੜਾ ਹੀ ਸਮਝਾ ਕੇ ਭੇਜਿਆ ਸੀ ਕਿ ਤੂੰ ਕਿਸੇ ਵੀ ਹਰਕਤ ਤੋਂ ਇਹ ਜ਼ਾਹਿਰ ਨਾ ਹੋਣ ਦੇਵੀਂ ਕਿ ਤੂੰ ਪ੍ਰੈਗਨੈਂਟ ਆ। ਹੁਣ ਤੱਕ ਮੈਂ ਇਹ ਸਾਰੀਆਂ ਗੱਲਾਂ ਲੁਕੋ ਕੇ ਰੱਖੀਆਂ ਸੀ। ਮੇਰੀ ਸੱਸ ਨੇ ਵੀ ਇਸ ਵਿੱਚ ਮੇਰਾ ਬੜਾ ਸਾਥ ਦਿੱਤਾ ਸੀ। ਉਹਨਾਂ ਨੇ ਵੀ ਮੈਨੂੰ ਸਮਝਾਇਆ ਸੀ ਕਿ ਪ੍ਰੀਤੀ, ਭੁੱਲ ਕੇ ਵੀ ਇਹ ਗੱਲ ਨੂੰ ਸਾਹਮਣੇ ਨਾਲ ਨਾ ਆਉਣ ਦੇਈਂ, ਬਾਕੀ ਮੈਂ ਸਾਰਾ ਕੁਝ ਸੰਭਾਲ ਲਵਾਂਗੀ। ਅਤੇ ਇੱਕ ਗੱਲ, ਤੂੰ ਆਪਣੇ ਸਹੁਰਾ ਸਾਹਿਬ ਤੋਂ ਪਰਦਾ ਕਰਨਾ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੇ ਖਿਆਲਾਤਾਂ ਦੀ ਨਹੀਂ ਹਾਂ, ਨਵੇਂ ਜ਼ਮਾਨੇ ਨੂੰ ਫੋਲੋ ਕਰਦੀ ਹਾਂ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਸਹੁਰੇ ਤੋਂ ਪਰਦਾ ਕਰ ਅਤੇ ਇਹ ਸਭ ਮੈਂ ਤੇਰੀ ਭਲਾਈ ਲਈ ਹੀ ਕਹਿ ਰਹੀ ਹਾਂ। ਆਪਣੀ ਸੱਸ ਦੀ ਗੱਲ ਸੁਣ ਕੇ ਮੈਨੂੰ ਅਜੀਬ ਜਿਹਾ ਤਾਂ ਲੱਗਿਆ, ਪਰ ਮੈਂ ਗੱਲ ਮੰਨ ਲਈ। 5ਵੇਂ ਦਿਨ ਅਜੀਤ ਅਮਰੀਕਾ ਵਾਪਸ ਚਲਿਆ ਗਿਆ। ਹੁਣ ਘਰ ਵਿੱਚ ਮੈਂ ਅਤੇ ਸਹੁਰਾ ਸਾਹਿਬ ਅਤੇ ਸੱਸ ਘਰ ਵਿੱਚ ਇਕੱਲੇ ਰਹਿ ਗਏ। ਅਜੀਤ ਨੇ ਜਾਂਦੇ ਹੀ ਮੇਰੀ ਸੱਸ ਮੈਨੂੰ ਡਾਕਟਰ ਦੇ ਕੋਲ ਲੈ ਗਈ ਤੇ ਮੇਰਾ ਚੈੱਕਅਪ ਕਰਵਾਇਆ। ਮੈਨੂੰ ਹੈਰਾਨੀ ਹੋਈ ਕਿ ਮੇਰੀ ਸੱਸ ਨੂੰ ਇੱਕ ਨਜਾਇਜ਼ ਬੱਚੇ ਨਾਲ ਇੰਨਾ ਲਗਾਅ ਕਿਉਂ ਸੀ। ਅਜੀਤ ਨੇ ਅਮਰੀਕਾ ਜਾ ਕੇ ਮੈਨੂੰ ਇੱਕ ਵਾਰ ਵੀ ਫੋਨ ਨਹੀਂ ਕੀਤਾ ਸੀ। ਕਦੇ-ਕਦੇ ਮੈਂ ਹੀ ਉਹਨਾਂ ਨੂੰ ਫੋਨ ਕਰ ਲੈਂਦੀ ਸੀ ਤੇ ਉਹਨਾਂ ਨੂੰ ਸ਼ਿਕਾਇਤ ਕਰਦੀ ਸੀ ਕਿ ਤੁਸੀਂ ਕਦੇ ਮੈਨੂੰ ਫੋਨ ਹੀ ਨਹੀਂ ਕਰਦੇ। ਜਿਵੇਂ ਅਜੀਤ ਕਹਿੰਦੇ ਕਿ ਤੁਹਾਡੀ ਹਿੰਦੁਸਤਾਨੀ ਔਰਤਾਂ ਦੀ ਇਹੀ ਪ੍ਰੋਬਲਮ ਆ, ਉਹ ਹਮੇਸ਼ਾ ਮਰਦ ਦੇ ਪੱਲੇ ਨਾਲ ਬੰਨੀਆਂ ਰਹਿੰਦੀਆਂ। ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰਹਿਣ ਦਿਓ। ਇੱਥੋਂ ਦੀ ਜ਼ਿੰਦਗੀ ਬਹੁਤ ਬਿਜੀ ਜ਼ਿੰਦਗੀ ਆ। ਹੁਣ ਜੇ ਹਰ ਵਕਤ ਮੈਂ ਫੋਨ ਕਰਨ ਬੈਠ ਜਾਵਾਂ ਤਾਂ ਫਿਰ ਮੈਂ ਕੰਮ ਕਿਵੇਂ ਕਰਾਂਗਾ। ਅਜੀਤ ਦੀ ਗੱਲ ਸੁਣ ਕੇ ਮੇਰਾ ਦਿਲ ਟੁੱਟ ਗਿਆ। ਹੁਣ ਤਾਂ ਮੈਂ ਅਜੀਤ ਨੂੰ ਫੋਨ ਨਾ ਕਰਨ ਦੀ ਸ਼ਿਕਾਇਤ ਹੀ ਕਰਨੀ ਬੰਦ ਕਰ ਦਿੱਤੀ ਸੀ। ਹੁਣ ਮੇਰੀ ਜ਼ਿੰਦਗੀ ਬੋਰ ਹੋਣ ਲੱਗੀ ਸੀ। ਇੱਕ ਦਿਨ ਮੇਰੇ ਘਰੇ ਕੋਈ ਨਹੀਂ ਸੀ। ਮੇਰੀ ਸੱਸ ਅਤੇ ਸਹੁਰਾ ਬਾਹਰ ਗਏ ਹੋਏ ਸੀ। ਬਾਹਰ ਸੜਕ ਤੇ ਚਾਟ ਵਾਲੇ ਨੇ ਆਵਾਜ਼ ਦਿੱਤੀ ਤਾਂ ਮੈਂ ਉਸਦੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਬਾਹਰ ਆ ਗਈ। ਮੇਰਾ ਮਨ ਚਾਟ ਖਾਣ ਨੂੰ ਕੀਤਾ। ਘਰ ਵਿੱਚ ਕੋਈ ਨਹੀਂ ਸੀ, ਇਸ ਲਈ ਮੈਂ ਪਰਦਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਅਤੇ ਬਾਹਰ ਜਾ ਕੇ ਆਰਾਮ ਨਾਲ ਚਾਟ ਖਾਣ ਲੱਗੀ।
ਅੱਜ ਪਹਿਲੀ ਵਾਰ ਮੈਨੂੰ ਖੁੱਲ੍ਹੇ ਅਸਮਾਨ ਵਿੱਚ ਚਾਟ ਖਾਣ ਦਾ ਮੌਕਾ ਮਿਲਿਆ ਸੀ। ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਚਾਟ ਖਾ ਕੇ। ਮੈਂ ਕਿਚਨ ਵਿੱਚ ਪਾਣੀ ਪੀਣ ਚਲੀ ਗਈ। ਪਾਣੀ ਪੀ ਕੇ ਜਦੋਂ ਪਿੱਛੇ ਮੁੜੀ ਤਾਂ ਮੇਰੇ ਸਾਹਮਣੇ ਮੇਰੇ ਸਹੁਰਾ ਸਾਹਿਬ ਖੜੇ ਸੀ। ਉਹਨਾਂ ਨੂੰ ਦੇਖ ਕੇ ਮੈਂ ਇੱਕਦਮ ਹੜਬੜਾ ਗਈ, ਕਿਉਂਕਿ ਮੈਂ ਘੁੰਡ ਨਹੀਂ ਕੱਢਿਆ ਸੀ। ਮੇਰੇ ਸਹੁਰਾ ਸਾਹਿਬ ਮੈਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸੀ। ਉਹਨਾਂ ਦੀਆਂ ਅੱਖਾਂ ਵਿੱਚ ਲਾਲ ਹੋ ਗਈਆਂ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਤਕਲੀਫ ਵਿੱਚ ਹਨ। ਮੈਂ ਜਲਦੀ ਨਾਲ ਆਪਣਾ ਸਿਰ ਢੱਕ ਲਿਆ, ਜਿਸ ਉੱਤੇ ਮੇਰਾ ਸਹੁਰਾ ਸਾਹਿਬ ਬੋਲੇ, ਰਹਿਣ ਦੇ, ਹੁਣ ਕੀ ਫਾਇਦਾ। ਜਿਸ ਨੂੰ ਤੇਰੀ ਸੱਸ ਲੁਕਾਉਣਾ ਚਾਹੁੰਦੀ ਸੀ ਉਸ ਦਾ ਮੈਨੂੰ ਪਤਾ ਲੱਗ ਗਿਆ। ਹੁਣ ਘੁੰਡ ਕੱਢਣ ਦਾ ਕੋਈ ਫਾਇਦਾ ਨਹੀਂ। ਘੁੰਡ ਕੱਢਦੇ ਕੱਢਦੇ ਮੇਰੇ ਹੱਥ ਉੱਤੇ ਹੀ ਰੁਕ ਗਏ ਸੀ। ਭਲਾ ਮੇਰੀ ਸੱਸ ਨੇ ਮੇਰੇ ਸਹੁਰੇ ਤੋਂ ਕੀ ਲੁਕੋਇਆ ਸੀ। ਮੇਰਾ ਸਹੁਰਾ ਸਾਹਿਬ ਇਹ ਕਹਿ ਕੇ ਆਪਣੀ ਛਾਤੀ 'ਤੇ ਹੱਥ ਰੱਖ ਕੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਐਨੇ ਨੂੰ ਮੇਰੀ ਸੱਸ ਵੀ ਆ ਗਈ। ਮੈਂ ਮੰਮੀ ਜੀ ਨੂੰ ਕਿਹਾ ਕਿ ਪਾਪਾ ਜੀ ਦੀ ਤਬੀਅਤ ਠੀਕ ਨਹੀਂ ਲੱਗ ਰਹੀ। ਉਹ ਜਲਦੀ ਨਾਲ ਪਾਪਾ ਜੀ ਦੇ ਕਮਰੇ ਵਿੱਚ ਚਲੀ ਗਈ। ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਗਈ ਤਾਂ ਮੇਰੇ ਸਹੁਰਾ ਸਾਹਿਬ ਸੀਨੇ ਨੂੰ ਮਲ ਰਹੇ ਸੀ। ਜਲਦੀ ਨਾਲ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰ ਨੇ ਦੱਸਿਆ ਕਿ ਪੇਸ਼ੈਂਟ ਨੂੰ ਹਾਰਟ ਅਟੈਕ ਆਇਆ ਹੈ। ਅੱਗੇ ਤੋਂ ਧਿਆਨ ਰੱਖਿਆ ਕਰੋ ਕਿ ਇਹਨਾਂ ਨੂੰ ਕੋਈ ਸਟ੍ਰੈਸ ਨਾ ਦੇਵੇ। ਮੇਰੀ ਸੱਸ ਬਾਹਰ ਕੁਰਸੀਆਂ 'ਤੇ ਬੈਠੇ ਹੰਝੂ ਬਹਾ ਰਹੀ ਸੀ। ਮੈਂ ਉਹਨਾਂ ਦੇ ਕੋਲ ਬੈਠ ਕੇ ਹੱਥ ਜੋੜ ਕੇ ਕਿਹਾ, ਮੰਮੀ ਜੀ ਮੈਨੂੰ ਮਾफ़ ਕਰ ਦਿਓ। ਪਾਪਾ ਜੀ ਨੂੰ ਇਹ ਅਟੈਕ ਮੇਰੀ ਵਜ੍ਹਾ ਨਾਲ ਆਇਆ, ਕਿਉਂਕਿ ਅੱਜ ਮੇਰੇ ਚਿਹਰੇ ਤੋਂ ਘੁੰਡ ਹਟ ਗਿਆ ਸੀ ਤੇ ਪਾਪਾ ਜੀ ਨੇ ਮੈਨੂੰ ਦੇਖ ਲਿਆ ਸੀ। ਉਸ ਦੇ ਬਾਅਦ ਪਾਪਾ ਜੀ ਦੀ ਤਬੀਅਤ ਖਰਾਬ ਹੋਣ ਲੱਗੀ। ਇਹ ਸੁਣ ਕੇ ਹੀ ਮੇਰੀ ਸੱਸ ਨੇ ਕਿਹਾ, ਨਹੀਂ ਪ੍ਰੀਤੀ, ਤੇਰੇ ਪਾਪਾ ਨੂੰ ਤੇਰੀ ਵਜ੍ਹਾ ਨਾਲ ਅਟੈਕ ਨਹੀਂ ਆਇਆ, ਉਹਨਾਂ ਨੂੰ ਤਾਂ ਅਜੀਤ ਦੀ ਵਜ੍ਹਾ ਨਾਲ ਅਟੈਕ ਆਇਆ। ਉਹਨਾਂ ਦੀ ਇਹ ਹਾਲਤ ਦਾ ਜ਼ਿੰਮੇਵਾਰ ਅਜੀਤ ਆ। ਅੱਜ ਮੈਂ ਤੈਨੂੰ ਸਾਰੀ ਸੱਚਾਈ ਦੱਸ ਹੀ ਦਿੰਦੀ ਹਾਂ। ਇੱਕ ਰਾਤ ਜਦੋਂ ਅਜੀਤ ਘਰ ਆਇਆ ਤਾਂ ਉਸਨੇ ਬਹੁਤ ਜ਼ਿਆਦਾ ਪੀ ਰੱਖੀ ਸੀ। ਉਸ ਨੂੰ ਖੁਦ ਦਾ ਵੀ ਹੋਸ਼ ਨਹੀਂ ਸੀ। ਜਿਵੇਂ ਤਿਵੇਂ ਕਰਕੇ ਅਸੀਂ ਉਸ ਨੂੰ ਕਮਰੇ ਵਿੱਚ ਪਹੁੰਚਾਇਆ ਤੇ ਮੈਂ ਤੇਰੇ ਪਾਪਾ ਨੂੰ ਅਜੀਤ ਬਾਰੇ ਦੱਸਿਆ ਤਾਂ ਉਹ ਬਹੁਤ ਜ਼ਿਆਦਾ ਫਿਕਰ ਕਰਨ ਲੱਗੇ ਕਿ ਆਪਣੇ ਇੱਕ ਹੀ ਬੇਟਾ ਸੀ, ਉਹ ਵੀ ਆਪਣੇ ਹੱਥੋਂ ਨਿਕਲ ਗਿਆ ਅਤੇ ਗਲਤ ਸੰਗਤ ਵਿੱਚ ਪੈ ਗਿਆ ਹੈ। ਸਾਰੇ ਗਲਤ ਕੰਮ ਅਜੀਤ ਦੇ ਅੰਦਰ ਸੀ। ਤੇਰੇ ਪਾਪਾ ਨੂੰ ਅੰਦਰ ਤੋਂ ਅਜੀਤ ਦੀਆਂ ਹਰਕਤਾਂ ਨੇ ਤੋੜ ਦਿੱਤਾ ਸੀ। ਤੇਰੇ ਪਾਪਾ ਨੇ ਤੇ ਮੈਂ ਪਤਾ ਨਹੀਂ ਕਿੰਨੀਆਂ ਹੀ ਉਮੀਦਾਂ ਅਜੀਤ ਤੋਂ ਲਗਾ ਰੱਖੀਆਂ ਸੀ, ਪਰ ਅਜੀਤ ਨੇ ਸਭ 'ਤੇ ਪਾਣੀ ਫੇਰ ਦਿੱਤਾ। ਅਜੀਤ ਦੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਨਾਲ ਤੇਰੇ ਪਾਪਾ ਬਿਮਾਰ ਰਹਿਣ ਲੱਗੇ। ਉਸ ਦਿਨ ਜਦੋਂ ਮੈਂ ਅਜੀਤ ਨੂੰ ਕਮਰੇ ਵਿੱਚ ਅੰਦਰ ਛੱਡ ਕੇ ਥੋੜ੍ਹੀ ਦੇਰ ਬਾਅਦ ਉਸਦੇ ਕਮਰੇ ਵਿੱਚ ਖੈਰ ਖਬਰ ਲੈਣ ਗਈ ਤਾਂ ਅੰਦਰ ਅਜੀਬ ਦੀਆਂ ਅਜਿਹੀਆਂ ਆਵਾਜ਼ਾਂ ਆ ਰਹੀਆਂ ਸੀ। ਅਸੀਂ ਦੋਨੋਂ ਦਰਵਾਜ਼ੇ 'ਤੇ ਰੁਕ ਗਏ। ਆਪਣੇ ਦੋਸਤ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਕਹਿ ਰਿਹਾ ਸੀ ਕਿ ਮੈਂ ਕਿਸੇ ਲੜਕੀ ਨਾਲ ਐਸ਼ ਕਰਕੇ ਆਇਆ ਹਾਂ ਤੇ ਉਸ ਲੜਕੀ ਨੂੰ ਉੱਥੇ ਹੀ ਛੱਡ ਆਇਆ। ਉਸ ਲੜਕੀ ਨੂੰ ਉੱਥੇ ਛੱਡ ਕੇ ਇਹ ਕਹਿੰਦਾ ਹੋਇਆ ਅਜੀਤ ਬੇਸ਼ਰਮਾਂ ਦੀ ਤਰ੍ਹਾਂ ਹੱਸ ਰਿਹਾ ਸੀ। ਮੇਰਾ ਦਿਲ ਧੱਕ ਧੱਕ ਕਰ ਰਿਹਾ ਸੀ ਕਿ ਪਤਾ ਨਹੀਂ ਅੱਜ ਕਿਸ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਅਜੀਤ ਨੇ ਜਿਸ ਐਡਰੈਸ ਉੱਤੇ ਆਪਣੇ ਦੋਸਤ ਨੂੰ ਦੱਸਿਆ ਸੀ ਕਿ ਮੈਂ ਇੱਥੇ ਉਸ ਲੜਕੀ ਨੂੰ ਛੱਡ ਕੇ ਆਇਆ ਹਾਂ, ਮੈਂ ਤੇ ਤੇਰੇ ਪਾਪਾ ਉਸੇ ਐਡਰੈਸ 'ਤੇ ਪਹੁੰਚ ਗਏ ਜਿੱਥੇ ਤੂੰ ਸਾਨੂੰ ਖਰਾਬ ਹਾਲਤ ਵਿੱਚ ਪਈ ਹੋਈ ਮਿਲੀ ਸੀ। ਤੈਨੂੰ ਦੇਖਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਤੂੰ ਤਾਂ ਮੇਰੀ ਸਹੇਲੀ ਦੀ ਬੇਟੀ ਸੀ। ਮੈਂ ਆਪਣੀ ਸਹੇਲੀ ਨੂੰ ਕੀ ਮੂੰਹ ਦਿਖਾਊਂਗੀ। ਇਸ ਲਈ ਮੈਂ ਉਸ ਰਾਤ ਤੈਨੂੰ ਚੱਕ ਕੇ ਤੇਰੇ ਘਰ ਛੱਡ ਦਿੱਤਾ। ਉਸ ਰਾਤ ਵੀ ਤੇਰੇ ਪਾਪਾ ਦੀ ਤਬੀਅਤ ਖਰਾਬ ਹੋ ਗਈ ਸੀ। ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਕਿ ਅਜੀਤ ਇਸ ਹੱਦ ਤੱਕ ਵੀ ਡਿੱਗ ਸਕਦਾ। ਫਿਰ ਮੈਂ ਸੋਚਿਆ ਕਿ ਆਪਣੇ ਬੇਟੇ ਦੀ ਗਲਤੀ ਸੁਧਾਰਨ ਦੇ ਲਈ ਅਤੇ ਉਸ ਲੜਕੀ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਉਣ ਦੇ ਲਈ ਮੇਰੇ ਕੋਲ ਇੱਕ ਹੀ ਤਰੀਕਾ ਸੀ ਕਿ ਮੈਂ ਤੈਨੂੰ ਆਪਣੀ ਬਹੂ ਬਣਾ ਲਵਾਂ। ਇਸ ਲਈ ਮੈਂ ਤੇਰੀ ਮੰਮੀ ਤੋਂ ਤੇਰਾ ਹੱਥ ਮੰਗ ਲਿਆ। ਤਾਂ ਹੀ ਮੈਨੂੰ ਤੇਰੇ ਪ੍ਰੈਗਨੈਂਟ ਹੋਣ ਦੀ ਖਬਰ ਮਿਲਣ 'ਤੇ ਕੋਈ ਇਤਰਾਜ਼ ਨਹੀਂ ਸੀ। ਮੈਂ ਤੇਰੇ ਪਾਪਾ ਨੂੰ ਇਸ ਸਟ੍ਰੈਸ ਵਿੱਚੋਂ ਕੱਢਣ ਲਈ ਬੜੇ ਤਰੀਕੇ ਅਪਣਾਏ। ਤਾਂ ਹੀ ਮੈਂ ਤੈਨੂੰ ਘੁੰਡ ਕੱਢ ਕੇ ਰੱਖਣ ਲਈ ਕਹਿ ਰਹੀ ਸੀ, ਤਾਂ ਕਿ ਤੇਰੇ ਪਾਪਾ ਨੂੰ ਉਹ ਸਾਰਾ ਸੀਨ ਯਾਦ ਨਾ ਆਵੇ, ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਇਹਨਾਂ ਨੂੰ ਕੋਈ ਵੀ ਅਜਿਹੀ ਟੈਨਸ਼ਨ ਵਾਲੀ ਗੱਲ ਨਾ ਕਰਨੀ। ਮੇਰੀ ਸੱਸ ਮੈਨੂੰ ਸੱਚਾਈ ਦੱਸ ਰਹੀ ਸੀ ਤੇ ਮੇਰੇ ਉੱਤੇ ਕਹਿਰ ਢਹਿ ਰਿਹਾ ਸੀ। ਮੇਰੇ ਉੱਤੇ ਜ਼ੁਲਮ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮੇਰਾ ਪਤੀ ਅਜੀਤ ਹੀ ਸੀ। ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ।
ਮੇਰੀ ਕੁੱਖ ਵਿੱਚ ਜੋ ਬੱਚਾ ਪਲ ਰਿਹਾ ਸੀ ਉਹ ਅਜੀਤ ਦਾ ਹੀ ਸੀ। ਮੇਰੀ ਸੱਸ ਨੇ ਆਪਦੇ ਜਾਣੇ ਤਾਂ ਇੱਕ ਚੰਗਾ ਕੰਮ ਕੀਤਾ ਸੀ, ਪਰ ਮੈਂ ਅਜੀਤ ਨੂੰ ਕਿਵੇਂ ਮਾਫ਼ ਕਰ ਦਿੰਦੀ। ਉਸਨੇ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਭਲੇ ਹੀ ਮੇਰਾ ਪਤੀ ਸੀ, ਪਰ ਜਿਨ੍ਹਾਂ ਹਾਲਾਤਾਂ ਵਿੱਚ ਉਹ ਮੇਰਾ ਪਤੀ ਬਣਿਆ ਸੀ ਮੈਂ ਹੀ ਜਾਣਦੀ ਸੀ। ਉਸ ਕਾਲੀ ਰਾਤ ਨੂੰ ਯਾਦ ਕਰਦੇ ਹੀ ਮੈਨੂੰ ਅਜੀਤ ਤੋਂ ਨਫ਼ਰਤ ਹੋਣ ਲੱਗ ਜਾਂਦੀ। ਹੁਣ ਕਿਵੇਂ ਮੈਂ ਉਸ ਨਾਲ ਕੋਈ ਰਿਸ਼ਤਾ ਰੱਖ ਸਕਦੀ ਸੀ। ਪਰ ਜਦੋਂ ਮੈਂ ਆਪਣੀ ਸੱਸ ਵੱਲ ਦੇਖਿਆ ਤਾਂ ਸੋਚਿਆ ਕਿ ਇਸ ਵਿਚਾਰੀ ਨੂੰ ਮੈਂ ਕਿਵੇਂ ਇਕੱਲਾ ਛੱਡ ਸਕਦੀ ਹਾਂ। ਉਹਨਾਂ ਦਾ ਇਕਲੌਤਾ ਬੇਟਾ ਜਿਸ ਨੇ ਆਪਣੇ ਬੁੱਢੇ ਮਾਂ-ਬਾਪ ਦਾ ਵੀ ਖਿਆਲ ਨਹੀਂ ਕੀਤਾ ਤੇ ਅਮਰੀਕਾ ਜਾ ਕੇ ਵੱਸ ਗਿਆ। ਇੱਕ ਮੇਰੇ ਸਹਾਰੇ ਹੀ ਤਾਂ ਉਹ ਇਸ ਘਰ ਵਿੱਚ ਬੈਠੇ ਸੀ। ਫਿਰ ਮੈਂ ਆਪਣਾ ਇਰਾਦਾ ਇਸ ਘਰ ਨੂੰ ਛੱਡ ਕੇ ਜਾਣ ਦਾ ਛੱਡ ਦਿੱਤਾ, ਪਰ ਮੈਂ ਆਪਣੇ ਸਾਰੇ ਰਿਸ਼ਤੇ ਨਾਤੇ ਅਜੀਤ ਤੋਂ ਖਤਮ ਕਰ ਲਏ। ਅਜੀਤ ਨੂੰ ਵੀ ਮੇਰੇ ਨਾਲ ਕੋਈ ਮਤਲਬ ਨਹੀਂ ਸੀ। ਉਹ ਤਾਂ ਉਦੋਂ ਹੀ ਚਕਾਚੌਂਧ ਵਾਲੀ ਦੁਨੀਆ ਵਿੱਚ ਮਸਤ ਸੀ। ਮੈਂ ਅਜੀਤ ਤੋਂ ਕੀ ਦੂਰੀ ਬਣਾਈ, ਉਸਨੇ ਤਾਂ ਉਲਟ ਕੇ ਮੇਰੀ ਖਬਰ ਵੀ ਨਾ ਲਈ। ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਕੁਝ ਸਮੇਂ ਬਾਅਦ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਅਤੇ ਮੇਰਾ ਬੇਟਾ ਹੀ ਮੇਰਾ ਸਭ ਕੁਝ ਬਣ ਗਿਆ। ਆਪਣੇ ਦਾਦਾ ਦਾਦੀ ਦੀ ਅੱਖਾਂ ਦਾ ਤਾਰਾ। ਮੇਰੀ ਜ਼ਿੰਦਗੀ ਦਾ ਇੱਕ ਹੀ ਲਕਸ਼ ਸੀ ਕਿ ਮੈਂ ਆਪਣੇ ਬੇਟੇ ਦੀ ਅਜਿਹੀ ਪਰਵਰਿਸ਼ ਕਰਾਂਗੀ ਜਿਸ ਵਿੱਚ ਉਸ ਨੂੰ ਸਿਖਾ ਸਕਾਂ ਕਿ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਸ ਨੂੰ ਖਿਲਾਉਣਾ ਨਹੀਂ ਸਮਝਣਾ ਚਾਹੀਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।